ਇਸ ਗੱਲ ਦਾ ਜਵਾਬ ਦਿਆਂ ਬਗੈਰ ਨਾਰਾਜ਼ ਹੋ ਕੇ ਚਲੇ ਜਾਂਦੇ ਹਨ ਕਿ ਇਸ ਨੇ ਸਾਨੂੰ ਉਹਦੀ ਹਮਾਇਤ ਵਿੱਚ ਆਉਣ ਵਾਸਤੇ ਸਾਡੀ ਹੌਸਲਾ ਅਫਜ਼ਾਈ ਨਹੀਂ ਕੀਤੀ, ਉਲਟਾ ਉਸ ਦਾ ਜੁਰਮ ਦੱਸ ਕੇ ਸਾਨੂੰ ਮੁਤਮਈਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਸਟਾਮ ਦੇ ਉੱਤੇ ਕੀ ਲਿਖਿਆ ਸੀ ਕਿ ਜਿੰਨੇ ਵੀ ਮੇਰੇ ਤੇ ਕ੍ਰਿਮੀਨਲ ਐਲੀਗੇਸ਼ਨ ਲਾਏ ਜਾ ਸਕਦੇ ਹਨ, ਉਸ ਸਟਾਮ ਦੇ ਉੱਤੇ ਉਹਨੇ ਉਹ ਸਾਰੇ ਲਿਖ ਕੇ ਤੇ ਥੱਲੇ ਸਾਈਨ ਅੰਗੂਠਾ ਵੀ ਕਰ ਦਿੱਤਾ ਔਰ ਸ਼ਨਾਖਤੀ ਕਾਰਡ ਦੀ ਵੀ ਕਾਪੀ ਲਾ ਦਿੱਤੀ, ਕਿਉਂਕਿ ਇਹਦਾ ਅਜਰ ਇਨਸਾਨਾਂ ਨਹੀਂ ਦੇਣਾ, ਇਹਦਾ ਅਜਰ ਹਮੇਸ਼ਾ ਅੱਲਾ ਨੇ ਦੇਣਾ। ਬਿਸਮਿल्लाहिर्रहमानिर्रहीम। ਦੋਸਤੋ अस्सलाम वालेकुम। ਦੋਸਤੋ ਅੱਲਾਹ ਤਾਲਾ ਅੱਗੇ ਦੁਆ ਹੈ ਕਿ ਤੁਸੀਂ ਸਾਰੇ ਸਾਡੀ ਇਸ ਵੀਡੀਓ ਨੂੰ ਦੇਖਣ ਵਾਲੇ ਸਿਹਤ ਤੇ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਗੁਜ਼ਾਰੋ। ਔਰ ਤੁਹਾਡੇ ਅੱਗੇ ਇੱਕ ਗੁਜ਼ਾਰਿਸ਼ ਹੈ ਕਿ ਸਾਡੀ ਅੱਜ ਦੀ ਇਸ ਵੀਡੀਓ ਨੂੰ ਆਖਿਰ ਤੱਕ ਜ਼ਰੂਰ ਦੇਖਿਆ ਜੇ, ਤਾਂ ਕਿ ਇਸ ਵੀਡੀਓ ਦੀ ਵਜ੍ਹਾ ਤੋਂ ਅਸੀਂ ਜਿਹੜਾ ਤੁਹਾਡੇ ਤੱਕ ਇੱਕ ਮੈਸੇਜ ਪਹੁੰਚਾਉਣਾ ਚਾਹੁੰਦੇ ਹਾਂ, ਉਹ ਮੈਸੇਜ ਵੀ ਤੁਹਾਡੇ ਤੱਕ ਪਹੁੰਚ ਸਕੇ। ਸਾਡੀ ਇਸ ਵੀਡੀਓ ਨੂੰ ਦੇਖਣ ਵਾਲੇ ਨਵੇਂ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਕਿ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ, ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਇੱਕ ਪਾਸੇ ਜੁਰਮ ਦੇ ਖਿਲਾਫ ਖਲੋਣ ਵਾਲਿਆਂ ਨੂੰ ਉਹ ਹਲਾਸ਼ੇਰੀ ਦਿੰਦੇ ਨੇ, ਤੇ ਜਦੋਂ ਦੇਖਦੇ ਨੇ ਕਿ ਜਿਹਨੇ ਜੁਰਮ ਕੀਤਾ ਹੈ ਉਹ ਬੰਦਾ ਸਾਡੇ ਤਲਕ ਵਾਲਾ ਹੈ, ਤੇ ਉਹਦੀ ਪਸ ਪਰਦਾ ਹਮਾਇਤ ਵੀ ਕਰਦੇ ਨੇ। ਜਦੋਂ ਪਸ ਪਰਦਾ ਹਮਾਇਤ ਨਾ ਹੋ ਸਕੇ ਤੇ ਫਿਰ ਜਿਹੜਾ ਜੁਰਮ ਦੇ ਖਿਲਾਫ ਖਲੋਂਦਾ ਹੈ ਉਹਦੇ ਸਾਹਮਣੇ ਵੀ ਆ ਕੇ ਖਲੋ ਜਾਂਦੇ ਨੇ। ਉਹਦੀ ਮੈਂ ਇੱਕ ਮਿਸਾਲ ਦਿਆਂਗਾ ਕਿ ਮੈਂ ਇੱਕ ਬੰਦੇ ਦੇ ਖਿਲਾਫ ਖਲੋਤਾ ਜਿਹਨੇ ਗਰੀਬ ਬੱਚਿਆਂ ਦਾ ਹੱਕ ਖਾਣ ਦੀ ਕੋਸ਼ਿਸ਼ ਨਾ ਕੀਤੀ, ਬਲਕਿ ਹੱਕ ਖਾ ਲਿਆ। ਜਾਂ ਸਮਝ ਲਓ ਮੇਰਾ ਇੱਕ ਤਲਕ ਵਾਲਾ ਬੰਦਾ ਮੈਨੂੰ ਆ ਕੇ ਬਜ਼ੁਰਗ ਥਾਪੜਾ ਦੇਣ ਲੱਗਾ ਕਿ ਤੂੰ ਇਹ ਬੜਾ ਅੱਛਾ ਕੰਮ ਕੀਤਾ, ਅਸੀਂ ਇਹ ਤੇਰੇ ਨਾਲ ਹਾਂ, ਲੇਕਿਨ ਤੂੰ ਅਗਰ ਖਲੋਤਾ ਰਿਹਾ ਤੇ ਸਾਡੀਆਂ ਸਾਰੀਆਂ ਹਮਦਰਦੀਆਂ ਤੇਰੇ ਨਾਲ ਨੇ, ਕਿਉਂਕਿ ਇਹ ਕੰਮ ਅੱਲਾ ਨੂੰ ਬੜਾ ਪਸੰਦ ਹੈ ਕਿ ਜਿਹੜਾ ਜੁਰਮ ਦੇ ਖਿਲਾਫ ਖਲੋਂਦਾ ਹੈ, ਤੇ ਤੂੰ ਜੁਰਮ ਦੇ ਖਿਲਾਫ ਖਲੋਤਾ ਹੈ ਤੇ ਸਾਡੀਆਂ ਸਾਰੀਆਂ ਹਮਦਰਦੀਆਂ ਤੇਰੇ ਨਾਲ ਨੇ। ਲੇਕਿਨ ਜਦੋਂ ਮੈਂ ਉਸ ਜੁਰਮ ਦੇ ਖਿਲਾਫ ਚੱਲਦਾ ਰਿਹਾ ਤੇ ਉਹ ਹੀ ਲੋਕ ਮੈਨੂੰ ਸਿਫਾਰਿਸ਼ ਲੈ ਕੇ ਵੀ ਮੇਰੇ ਕੋਲ ਆਉਂਦੇ ਰਹੇ ਕਿ ਇਸ ਬੰਦੇ ਦੇ 2 ਬੇਟੇ ਨੇ, 2 ਬੱਚੇ ਨੇ, ਉਹਨਾਂ ਦੇ ਅਗਰ ਨੌਕਰੀ ਇਹ ਬੰਦੇ ਦੀ ਖਤਮ ਹੋ ਗਈ ਤੇ ਇਹਨਾਂ ਦੇ ਬੱਚਿਆਂ ਦੇ ਦਾ ਕੀ ਬਣੇਗਾ। ਤੇ ਲੇਕਿਨ ਉਹ ਇਸ ਦੂਸਰੇ ਪਾਸੇ ਇਹ ਸੋਚਦੇ ਨਹੀਂ ਹਨ ਕਿ ਇਸ ਬੰਦੇ ਨੇ 150 ਗਰੀਬ ਬੱਚੇ ਦਾ ਹੱਕ ਖਾਧਾ। ਸਿਰਫ ਉਸ ਅਮੀਰ ਬੰਦੇ ਦੇ 2 ਬੱਚਿਆਂ ਦਾ ਹੀ ਸਾਰਿਆਂ ਨੂੰ ਖਿਆਲ ਆਉਂਦਾ ਸੀ, ਜਿਹੜੇ ਲੋਕ ਵੀ ਸਿਫਾਰਿਸ਼ ਲੈ ਕੇ ਆਉਂਦੇ ਹਨ। ਲੇਕਿਨ ਮੈਂ ਜਦੋਂ ਸਵਾਲ ਕਰਦਾ ਹਾਂ ਕਿ ਤੁਹਾਨੂੰ ਉਸ ਬੰਦੇ ਨੇ ਦੱਸਿਆ ਕਿ ਮੈਂ ਜੁਰਮ ਕੀ ਕੀਤਾ ਜਿਹਦੀ ਮਾਫੀ ਵਾਸਤੇ ਤੁਸੀਂ ਆਏ ਹੋ, ਤੇ ਉਹ ਜਵਾਬ ਵਿੱਚ ਇਹ ਆਉਂਦੇ ਸਨ ਕਿ ਇਹ ਤੇ ਅਸੀਂ ਪੁੱਛਣਾ ਭੁੱਲ ਹੀ ਗਏ ਹਾਂ ਕਿ ਉਹਨੇ ਜੁਰਮ ਕੀ ਕੀਤਾ। ਤੇ ਮੈਂ ਦੱਸਾਂ ਕਿ ਜੇ ਤੁਸੀਂ ਮੇਰੇ ਕੋਲ ਉਹਦੇ ਬਾਰੇ 'ਚ ਮੁਆਫੀ ਦੀ ਗੱਲ ਕਰਨੀ ਹੈ ਤੇ ਫਿਰ ਮੇਰੇ ਕੋਲ ਸਾਰੀ ਸਟੋਰੀ ਸੁਣ ਲਓ, ਮੈਂ ਉਹਦਾ ਜੁਰਮ ਤੁਹਾਨੂੰ ਦੱਸ ਦਿੰਦਾ ਵਾਂ। ਤੇ ਅਕਸਰ ਬੰਦੇ ਮੈਨੂੰ ਇਸ ਗੱਲ ਦਾ ਜਵਾਬ ਦਿਆਂ ਬਗੈਰ ਨਾਰਾਜ਼ ਹੋ ਕੇ ਚਲੇ ਜਾਂਦੇ ਹਨ ਕਿ ਇਸ ਨੇ ਸਾਨੂੰ ਉਹਦੀ ਹਮਾਇਤ ਵਿੱਚ ਆਉਣ ਵਾਸਤੇ ਸਾਡੀ ਹੌਸਲਾ ਅਫਜ਼ਾਈ ਨਹੀਂ ਕੀਤੀ, ਉਲਟਾ ਉਸ ਦਾ ਜੁਰਮ ਦੱਸ ਕੇ ਸਾਨੂੰ ਮੁਤਮਈਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਲਿਹਾਜ਼ਾ ਇਹ ਕੋਈ ਬੰਦਾ ਹੈ ਜਿਹਨੇ ਸਾਡੀ ਗੱਲ ਹੀ ਨਹੀਂ ਸੁਣੀ, ਗੱਲ ਸਾਡੀ ਸਮਝੀ ਨਹੀਂ, ਸਾਡੀ ਸਿਫਾਰਿਸ਼ ਨੂੰ ਮੰਨਿਆ ਨਹੀਂ। ਤੇ ਮੈਂ ਇਹ ਸੋਚਦਾ ਹਾਂ ਕਿ ਯਾਰ ਇਹ ਬੰਦੇ ਤੇ ਮੈਨੂੰ ਆਉਂਦੇ ਹਨ ਕਿ ਜੁਰਮ ਦੇ ਖਿਲਾਫ ਖਲੋਣਾ ਚਾਹੀਦਾ, ਲੇਕਿਨ ਮੈਂ ਅਗਰ ਜੁਰਮ ਦੇ ਖਿਲਾਫ ਖਲੋਤਾ ਵਾਂ ਤੇ ਇਹ ਹੀ ਮੈਨੂੰ ਕਹਿੰਦੇ ਨੇ ਕਿ ਜੁਰਮ ਦੇ ਖਿਲਾਫ ਨਾ ਖਲੋ, ਉਸ ਬੰਦੇ ਨੂੰ ਮਾਫੀ ਦੇ ਦੇ, ਉਸ ਬੰਦੇ ਨੂੰ ਛੱਡ ਦੇ, ਉਹਦੇ 2 ਬੱਚੇ ਨੇ, ਉਹਨਾਂ ਦੀ ਰੋਟੀ ਰੋਜ਼ੀ ਦਾ ਮਸਲਾ ਖਤਮ ਹੋ ਜਾਏਗਾ। ਤੇ ਮੈਂ ਦੂਸਰੇ ਪਾਸੇ ਸੋਚਦਾ ਹਾਂ ਕਿ ਇਹਨਾਂ ਨੂੰ 150 ਬੱਚਾ ਜਿਹੜਾ ਗਰੀਬ ਹੈ ਜਿਹਦਾ ਇਹਨਾਂ ਹੱਕ ਖਾਧਾ, ਉਹਨਾਂ ਦੀ ਤਾਲੀਮ ਦਾ ਕਿੰਨਾ ਹਰਜ ਹੋਏਗਾ, ਜਾਂ ਉਹਨਾਂ ਦੇ ਅਹਿਸਾਸੇ ਮਹਿਰੂਮੀ ਹੋਏਗੀ ਕਿ ਨਹੀਂ, ਜਾਂ ਉਹਨਾਂ ਦਾ ਹੱਕ ਨਹੀਂ ਹੈ ਕਿ ਉਹਨਾਂ ਨੂੰ ਤਾਲੀਮ ਮਿਲ ਸਕੇ। ਇਸ ਬਾਰੇ ਦੇ ਵਿੱਚ ਤੇ ਕੋਈ ਵੀ ਨਹੀਂ ਸੋਚਦਾ। ਲੇਕਿਨ ਮੈਂ ਉਹਨਾਂ ਦੇ ਲੋਕਾਂ ਦੇ ਰਵੱਈਏ ਤੋਂ ਪਰੇਸ਼ਾਨ ਨਹੀਂ ਹੋਇਆ, ਕਿਉਂਕਿ ਸਾਡੀ ਤਰਬੀਅਤ ਇਹ ਵੇ ਕਿ ਜੁਰਮ ਦੇ ਖਿਲਾਫ ਅਗਰ ਤੁਹਾਨੂੰ ਸਹੀ ਪਤਾ ਲੱਗ ਗਿਆ ਕਿ ਬੰਦਾ ਮੁਜਰਮ ਹੈ ਜਾਂ ਇਹਨੇ ਜੁਰਮ ਕੀਤਾ ਤੇ ਖਲੋਤਿਆਂ ਰਹਿਣਾ, ਕਿਉਂਕਿ ਇਹਦਾ ਅਜਰ ਇਨਸਾਨਾਂ ਨਹੀਂ ਦੇਣਾ, ਇਹਦਾ ਅਜਰ
ਹਮੇਸ਼ਾ ਅੱਲਾ ਨੇ ਦੇਣਾ, ਸੋਹਣੇ ਸੱਚੇ ਰੱਬ ਨੇ ਦੇਣਾ, ਔਰ ਉਹਦਾ ਅਜਰ ਸਾਨੂੰ ਮਿਲਦਾ ਨਜ਼ਰ ਆਂਦਾ ਹੈ। ਕਿਉਂਕਿ ਅੱਲਾਹ ਤਾਲਾ ਨੇ ਕਿਹਾ ਕਿ ਜਿਹੜਾ ਕੰਮ ਤੁਸੀਂ ਨੇਕ ਕਰੋਗੇ ਉਹ ਦੁਨੀਆ 'ਤੇ ਤੁਹਾਨੂੰ ਉਸ ਨੇਕ ਕੰਮ ਦੇ ਬਦਲੇ 'ਚ 10 ਨੇਕੀਆਂ ਮਿਲਣਗੀਆਂ ਅਤੇ ਕਿਆਮਤ ਵਾਲੇ ਦਿਨ 70 ਮਿਲਣਗੀਆਂ। ਔਰ ਉਹ ਜਿਹੜਾ ਅਜਰ ਹੈ ਅੱਲਾ ਨੇ ਦੱਸਿਆ ਸਾਨੂੰ, ਉਹ ਸਾਨੂੰ ਨਜ਼ਰ ਆਉਂਦਾ ਹੈ ਅਜਰ ਮਿਲਦਾ। ਇਹ ਥੋੜ੍ਹੀ ਸਹੀ ਗੱਲ ਸੁਣਾਉਣ ਦਾ ਮਕਸਦ ਇਹ ਸੀ ਜਿਹੜਾ ਨੌਜਵਾਨ ਤਬਕਾ ਹੈ ਉਹ ਇਸ ਗੱਲ ਨੂੰ ਸਮਝ ਲਏ ਔਰ ਦਿਲ ਦੇ ਵਿੱਚ ਬਿਠਾ ਲਵੇ ਕਿ ਕੋਈ ਵੀ ਨੇਕ ਕੰਮ ਕਰੋਗੇ ਤੇ ਉਹਦਾ ਅਜਰ ਅੱਲਾਹ ਤਾਲਾ ਤੁਹਾਨੂੰ ਜ਼ਰੂਰ ਦੇਗੀ, ਲੇਕਿਨ ਅਗਰ ਬੁਰੇ ਦਾ ਸਾਥ ਦਿਓਗੇ ਤਾਂ ਉਹਦਾ ਵੀ ਤੁਹਾਨੂੰ ਦੁਨੀਆ ਦੇ ਉੱਤੇ ਹੀ ਸਿਲਾ ਮਿਲੇਗਾ। ਤੇ ਦੋਸਤੋ, ਇਹ ਚੱਲਦਾ ਚੱਲਦਾ ਸਿਲਸਿਲਾ ਇੱਕ ਦਿਨ ਉਹ ਆਇਆ ਕਿ ਉਸੇ ਬੰਦੇ ਨੇ ਜਿਹਨੇ ਮੈਨੂੰ ਸ਼ੁਰੂ 'ਚ ਮੈਂ ਦੱਸਿਆ ਕਿ ਉਹਨੇ ਮੈਨੂੰ ਥਾਪੜਾ ਮਾਰਿਆ, ਹਲਾਸ਼ੇਰੀ ਦਿੱਤੀ, ਉਸੇ ਬੰਦੇ ਨੇ ਮੇਰੇ ਖਿਲਾਫ ਇਸਟਾਮ ਲਿਖ ਦਿੱਤਾ ਉਸ ਬੰਦੇ ਦੀ ਹਮਾਇਤ ਵਿੱਚ ਕਿ ਜਿਹਨੇ ਜੁਰਮ ਕੀਤਾ ਸੀ। ਉਹ ਸਟਾਮ ਦੇ ਉੱਤੇ ਕੀ ਲਿਖਿਆ ਸੀ ਕਿ ਜਿੰਨੇ ਵੀ ਮੇਰੇ 'ਤੇ ਕ੍ਰਿਮੀਨਲ ਐਲੀਗੇਸ਼ਨ ਲਾਏ ਜਾ ਸਕਦੇ ਹਨ, ਉਹ ਸਟਾਮ ਦੇ ਉੱਤੇ ਉਹਨੇ ਉਹ ਸਾਰੇ ਲਿਖ ਕੇ ਤੇ ਥੱਲੇ ਸਾਈਨ ਅੰਗੂਠਾ ਵੀ ਕਰ ਦਿੱਤਾ ਔਰ ਸ਼ਨਾਖਤੀ ਕਾਰਡ ਦੀ ਵੀ ਕਾਪੀ ਲਾ ਦਿੱਤੀ। ਤੇ ਉਹ ਬੰਦਾ ਜਦੋਂ ਮੈਨੂੰ ਮਿਲਿਆ ਮਸਜਿਦ ਦੇ ਵਿੱਚ ਤੇ ਮੈਂ ਉਹਨੂੰ ਪੁੱਛਿਆ, ਜਨਾਬ ਤੁਸੀਂ ਤੇ ਮੈਨੂੰ ਕਹਿੰਦੇ ਹੋ ਕਿ ਜੁਰਮ ਦੇ ਖਿਲਾਫ ਖਲੋਣਾ ਬੜਾ ਅੱਛਾ ਅਮਲ ਹੈ, ਲੇਕਿਨ ਤੁਸੀਂ ਮੇਰੇ ਖਿਲਾਫ ਸਟਾਮ ਵੀ ਲਿਖ ਦਿੱਤਾ। ਤੇ ਅੱਗੋਂ ਮੈਨੂੰ ਉਹਨਾਂ ਕਿਸ ਤਰ੍ਹਾਂ ਟਾਲਿਆ ਕਿ ਉਹ ਮੈਂ ਦੇਖਿਆ ਨਹੀਂ ਹੈ ਸਟਾਮ 'ਤੇ ਲਿਖਿਆ ਕੀ ਹੈ, ਮੈਂ ਥੱਲੇ ਸਾਈਨ ਕਰ ਦਿੱਤੇ, ਮੈਂ ਅੰਗੂਠਾ ਵੀ ਲਾ ਦਿੱਤਾ। ਤੇ ਮੈਂ ਕਿਹਾ ਕਿ ਅਗਰ ਤੁਹਾਡੇ ਕੋਲ ਸਟਾਮ ਲੈ ਆਵਾਂ ਤੇ ਤੁਸੀਂ ਸਟਾਮ ਪੜ੍ਹਨ ਤੋਂ ਬਗੈਰ, ਵੇਖਣ ਤੋਂ ਬਗੈਰ ਸਾਈਨ ਅੰਗੂਠਾ ਕਰ ਦਿਓਗੇ? ਨਹੀਂ, ਇੱਕ ਵਾਰੀ ਤੇ ਮੈਂ ਕਰ ਦਿੱਤਾ ਹੈ। ਤੇ ਮੈਂ ਹੈ ਜੇ ਤੁਸੀਂ ਉਹ ਪੜ੍ਹਿਆ ਨਹੀਂ ਤੇ ਉਹਦੇ ਉੱਤੇ ਤੁਹਾਡੇ ਪ੍ਰਾਪਰਟੀ ਦੇ ਡਾਕੂਮੈਂਟਸ ਬਣੇ ਹੁੰਦੇ ਤੇ ਫਿਰ ਤੁਸੀਂ ਕੀ ਕਰਦੇ? ਇਹ ਤੇ ਵਾਕਈ ਮੇਰੇ ਕੋਲ ਬੜੀ ਵੱਡੀ ਗਲਤੀ ਹੋਈ ਹੈ ਤੇ ਮੈਂ ਹੁਣ ਉਹ ਗਲਤੀ ਤੁਹਾਡੇ ਕੋਲ ਸੁਧਾਰਨ ਦਾ ਟਾਈਮ ਕੋਈ ਨਹੀਂ। ਜਿਹੜਾ ਮੁਜਰਮ ਸੀ ਉਹਨੂੰ ਤੁਹਾਡੇ ਇਸ ਸਟਾਮ ਦੀ ਵਜ੍ਹਾ ਤੋਂ ਉਹਦੀ ਸਮਝ ਲਓ ਕਿ ਸਜ਼ਾ 'ਚ ਕਮੀ ਆ ਗਈ ਹੈ। ਸਜ਼ਾ ਤੇ ਉਹਨੂੰ ਮਿਲੀ ਹੈ ਲੇਕਿਨ ਉਹਦੀ ਸਜ਼ਾ 'ਚ ਕਮੀ ਆ ਗਈ ਹੈ ਤੁਹਾਡੇ ਇਸ ਥੋੜ੍ਹੇ ਜਿਹੇ ਅਮਲ ਦੀ ਵਜ੍ਹਾ ਤੋਂ। ਫਿਰ ਇਸੇ ਤਰ੍ਹਾਂ ਇੱਕ ਹੋਰ ਬੰਦਾ 6-7 ਬੰਦੇ ਲੈ ਕੇ ਮੇਰੇ ਕੋਲ ਆ ਗਿਆ ਤੇ ਉਹਨੇ ਵੀ ਕਿਹਾ ਕਿ ਜਨਾਬ ਉਹਨੂੰ ਮਾफ़ੀ ਦੇ ਦਿਓ, ਮੁਜਰਮ ਜਿਹੜਾ ਨਾ ਸਾਡੇ ਜ਼ਰੀਏ ਤੁਹਾਡੇ ਕੋਲ ਮਾਜ਼ਰਤ ਕਰਨੀ ਚਾਹੁੰਦਾ। ਤੇ ਮੈਂ ਉਹਨਾਂ ਨੂੰ ਕਿਹਾ ਕਿ ਜਨਾਬ ਤੁਹਾਨੂੰ ਇਹ ਪਤਾ ਹੈ ਕਿ ਜੁਰਮ ਕੀ ਹੈ? ਤੇ ਉਹਨਾਂ ਵੀ ਇਹੀ ਆਖਿਆ ਕਿ ਇਹ ਗੱਲ ਤੇ ਅਸੀਂ ਉਹਨੂੰ ਕੋਈ ਨਹੀਂ ਪੁੱਛੀ ਤੇ ਨਾ ਹੀ ਪਤਾ ਸਾਨੂੰ ਕਿ ਉਹਨੇ ਜੁਰਮ ਕੀ ਕੀਤਾ। ਤੇ ਮੈਂ ਫਿਰ ਤੁਸੀਂ ਉਹਦੀ ਜਿਹੜੀ ਦਰਖਾਸਤ ਕਰ ਰਹੇ ਹੋ ਕਿ ਉਹਨੂੰ ਮਾफ़ੀ ਦੇ ਦਿੱਤੀ ਜਾਏ, ਉਹਨੂੰ ਛੱਡ ਦਿੱਤਾ ਜਾਏ ਜਾਂ ਕੇਸ ਵਾਪਸ ਲੈ ਲਿਆ ਜਾਏ, ਤੇ ਫਿਰ ਤੁਸੀਂ ਸਮਝ ਲਓ ਕਿ ਜਦੋਂ ਤੁਹਾਨੂੰ ਪਤਾ ਹੀ ਨਹੀਂ ਤੇ ਤੁਸੀਂ ਸਾਰੀਆਂ ਸਿਫਾਰਿਸ਼ਾਂ ਕਿਉਂ ਕਰਦੇ ਹੋ ਪਏ? ਤੇ ਉਹਨਾਂ ਨੇ ਕਿਹਾ ਕਿ ਤੁਸੀਂ ਜ਼ਰਾ ਦੱਸ ਦਿਓ। ਮੈਂ ਜਦੋਂ ਉਹਨਾਂ ਨੂੰ ਦੱਸਿਆ, ਪਹਿਲਾਂ ਉਹਨਾਂ ਨੂੰ ਮੈਂ ਪੁੱਛਿਆ ਕਿ ਤੁਹਾਡੇ ਬੱਚੇ ਕਿੱਥੇ ਪੜ੍ਹਦੇ ਨੇ, ਤੇ ਉਹਨਾਂ ਫਿਰ ਜਦੋਂ ਮੈਨੂੰ ਦੱਸਿਆ ਫਲਾਂ ਸਕੂਲ ਵਿੱਚ ਹੀ ਪੜ੍ਹਦੇ ਨੇ ਜਿਹਦੇ ਬਾਰੇ 'ਚ ਅਸੀਂ ਗੱਲ ਕਰ ਰਹੇ ਹਾਂ। ਤੇ ਮੈਂ ਫਿਰ ਤੁਹਾਡੇ ਬੱਚਿਆਂ ਦਾ ਹੱਕ ਖਾ ਜੇ ਬੰਦਾ ਇੱਕ, ਤੇ ਫਿਰ ਉਹਨੂੰ ਮਾफ़ੀ ਦੇਣੀ ਚਾਹੀਦੀ ਹੈ ਕਿ ਨਹੀਂ, ਤੁਸੀਂ ਫੈਸਲਾ ਕਰੋ। ਤੇ ਉਹਨਾਂ ਕਿਹਾ ਨਹੀਂ ਦੇਣੀ ਚਾਹੀਦੀ। ਤੇ ਮੈਂ ਫਿਰ ਤੁਸੀਂ ਉਹਦਾ ਸਾਥ ਦਿਓਗੇ ਜਾਂ ਮੇਰਾ ਸਾਥ ਦਿਓਗੇ? ਉਹਨਾਂ ਕਿਹਾ ਅਸੀਂ ਉਹਦਾ ਸਾਥ ਨਹੀਂ ਦਿਆਂਗੇ, ਅਸੀਂ ਤੇਰਾ ਸਾਥ ਦਿਆਂਗੇ। ਮੈਂ ਕਿਹਾ ਮੈਨੂੰ ਤੁਹਾਡੇ ਸਾਥ ਦੀ ਸਿਰਫ ਇੰਨੀ ਕੋਈ ਜ਼ਰੂਰਤ ਹੈ ਜਿਹੜੇ ਤੁਸੀਂ ਲਫ਼ਜ਼ ਬੋਲ ਦਿੱਤੇ ਨੇ, ਕਿਉਂਕਿ ਮੈਨੂੰ ਪਤਾ ਹੈ ਮੈਂ ਹੱਕ ਸੱਚ ਦੀ ਆਵਾਜ਼ ਬੁਲੰਦ ਕੀਤੀ ਹੈ ਔਰ ਇਹ ਇਲਮ ਲੈ ਕੇ ਚੱਲਿਆ ਵਾਂ। ਤੇ ਦੋਸਤੋ, ਇਹ ਥੋੜ੍ਹੀ ਜਿਹੀ ਸਟੋਰੀ ਸੁਣਾਉਣ ਦਾ ਮਕਸਦ ਇਹ ਸੀ ਕਿ ਮੁਆਸ਼ਰਾ ਸਾਡਾ ਜਿਹੜਾ ਦੋ ਰੁਖੀ ਕਿਉਂ ਹੈ, ਸਾਡੇ ਮੁਆਸ਼ਰੇ ਦੇ ਵਿੱਚ ਇਹ ਦੋ ਚਿਹਰੇ ਕਿਉਂ ਨੇ। ਇਸ ਲਈ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਕਿ ਕਮੈਂਟ ਸੈਕਸ਼ਨ ਵਿੱਚ ਇੱਕ ਕਮੈਂਟ ਲਾਜ਼ਮੀ ਕਰਿਆ ਜੇ। ਅਗਲੀ ਵੀਡੀਓ ਤੱਕ ਲਈ ਇਜਾਜ਼ਤ ਦਿਓ। ਇਸ ਵੀਡੀਓ ਨੂੰ ਲਾਈਕ ਕਰਿਆ ਜੇ, ਸ਼ੇਅਰ ਕਰਿਆ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੇ। ਅੱਲਾਹ ਤਾਲਾ ਸਾਡਾ ਤੇ ਤੁਹਾਡਾ ਹਾਮੀ ਨਾਸਰ ਹੋਵੇ। ਅੱਲਾ ਨਿਗਹਿਬਾਨ।